सेहत मंत्री मुर्दाबाद 1263 मल्टीपर्पज यूनियन जिंदाबाद मल्टीपर्पज यूनियन जिंदाबाद जिंदाबाद परख काल खत्म करो खत्म करो खत्म करो मल्टीपर्पज हेल्थ वर्कर यूनियन जिंदाबाद जिंदाबाद मल्टीपर्पज हेल्थ वर्कर यूनियन जिंदाबाद जिंदाबाद पंजाब देखो गल इस तरह है जी, मेरे परिवार के 6 मैंबर ने तो ये तो मैं ही जानता मैं उसका किस तरह गुजारा करदा। सेहत मंत्री नूं पुछ के देखो बई वो अपने परिवार का गुजारा कर सकते हैं। असी सानू ज्वाइनिंग लैटर मिले तो उन्होंने बहुत चाव सी साडे पापा पक्की नौकरी मिली है तो सानू उन्होंने खुशी सी बई इन्हां नूं पक्की नौकरी होण ते भी इन्हां दे जिहड़े जो मन दी उन्हां इच्छावां सन वो पूरीआं होणगीआं। पर अज वो कई बार सातों मंग करते हैं बई सानू ये चीज़ चाहिए है तो मैनू बहुत दुख होंदा है कि सानू कहना पैंदा है कि बेटा हजे होर रुक जाओ बई हजे मेरी तनख्वाह घट है। देखो गल इस तरह है कई बार तो कोई अपना रिश्तेदार कोई आर्थिक पक्षों मजबूत होंदा है, कई बार तो भी मंग करते हैं। ਜਦੋਂ ਕੋਵਿਡ ਜਿੱਦਾਂ ਸਟਾਰਟ ਹੋਇਆ ਤਾਂ ਉਸ ਤੋਂ ਬਾਅਦ ਮੈਂ ਇੱਥੇ ਹੁਣ ਸ਼ਿਫਟ ਹੋਇਆ ਤਾਂ ਮੈਂ ਆਪਣੇ ਪਰਿਵਾਰ ਨੂੰ ਲੈ ਕੇ ਇੱਥੇ ਰਹਿ ਰਿਹਾ ਜੀ ਤੇ ਮੈਨੂੰ ਆਪਣੇ ਰਿਸ਼ਤੇਦਾਰਾਂ ਦੀ ਰਹਿਣਾ ਪੈ ਰਿਹਾ। ਖਰਚਾ ਪਾਣੀ ਹੈ ਜਿਹੜੇ ਉਹ ਸਾਡੇ ਰਿਸ਼ਤੇਦਾਰ ਸਾਰਾ ਕਰ ਰਹੇ ਆ ਤੇ ਅਸੀਂ ਜਿਹੜਾ ਇਹ ਭੁੱਖ ਹੜਤਾਲ ਸਾਡੀ 2 ਦਿਨ ਦੀ ਹੈ ਜੀ, ਕੱਲ੍ਹ ਤੋਂ ਸਾਡਾ ਮਰਨ ਵਰਤ ਸਟਾਰਟ ਹੋ ਜਾਏਗਾ। ਪਰ ਅਸੀਂ ਇਹ ਨਹੀਂ ਚਾਹੁੰਦੇ ਕਿ ਸਾਡੇ ਜਿਹੜੇ ਮਰਨ ਵਰਤ ਨਾਲ ਕਿਸੇ ਵੀ ਜਣੀ ਸਿਹਤ ਸੇਵਾਵਾਂ ਨੂੰ ਫਰਕ ਪਵੇ। ਸਾਡੇ ਹੁਣ ਵੀ 2 ਜਿਹੜੇ ਮੁੰਡੇ ਆ ਉਹ ਏਅਰਪੋਰਟ ਡਿਊਟੀ ਲਈ ਗਏ ਆ ਭੁੱਖ ਹੜਤਾਲ ਦੇ ਵਿੱਚੋਂ ਜੀ। ਕਿ ਜਿਸ ਤਰ੍ਹਾਂ ਸਾਡੇ ਕਰੋਨਾ ਯੋਧਿਆਂ ਨੇ ਮੋਹਰੀ ਹੋ ਕੇ ਭੂਮਿਕਾ ਨਿਭਾਈ ਹੈ ਤਾਂ ਇਸ ਹੜਤਾਲ ਤੋਂ ਡਰਨ ਦੀ ਲੋੜ ਨਹੀਂ ਹੈ। ਅਸੀਂ ਆਪਣੀ ਜਾਨ ਤੇ ਖੇਡ ਜਾਵਾਂਗੇ ਪਰੰਤੂ ਮਰਨ ਵਰਤ ਦੇ ਚੱਲਦੇ ਵੀ ਅਸੀਂ ਜਿਹੜੀਆਂ ਐਮਰਜੈਂਸੀ ਸੇਵਾਵਾਂ ਉਹ ਬਹਾਲ ਰੱਖਾਂਗੇ। ਦੁਨੀਆ ਦੇ ਉੱਤੇ ਕਰੋਨਾ ਸੰਕਟ ਆਇਆ ਤੇ ਵੱਡੀਆਂ ਅਦਾਲਤਾਂ ਛੋਟੀਆਂ ਅਦਾਲਤਾਂ ਵੱਡੇ ਕਾਰੋਬਾਰ ਸਭ ਬੰਦ ਹੋ ਗਏ। ਰੁਝੇਵੇਂ ਭਰੀਆਂ ਸੜਕਾਂ ਦੇ ਉੱਤੇ ਸਨਾਟਾ ਛਾ ਗਿਆ। ਸਿਆਸਤਦਾਨ ਘਰਾਂ ਦੇ ਵਿੱਚ ਲੁਕੇ, ਸਿਹਤ ਮੰਤਰੀ ਵੀ ਲੱਭੇ ਨਹੀਂ, ਉਹਨਾਂ ਨੇ ਵੀ ਆਪਣੇ ਆਪ ਨੂੰ ਕੁਆਰੰਟਾਈਨ ਕਰ ਲਿਆ। ਅਜੇ ਸਮੇਂ ਸੜਕਾਂ ਦੇ ਉੱਤੇ ਕੌਣ ਨਜ਼ਰ ਆਏ? ਮਲਟੀਪਰਪਜ਼ ਹੈਲਥ ਵਰਕਰ। ਕਰੋਨਾ ਸੰਕਟ ਜਦੋਂ ਭਾਰਤ ਦੇ ਉੱਤੇ ਆਇਆ ਤਾਂ ਸਭ ਤੋਂ ਵੱਡੀ ਚੁਣੌਤੀ ਸੀ, ਸਭ ਤੋਂ ਵੱਡਾ ਸਵਾਲ ਸੀ ਕਿ ਇਸ ਸੰਕਟ ਦੇ ਨਾਲ ਕਿਵੇਂ ਨਜਿੱਠਿਆ ਜਾਵੇ, ਕਿਉਂਕਿ ਹਰ ਕੋਈ ਡਰ ਰਿਹਾ ਸੀ। ਇੱਥੋਂ ਤੱਕ ਕਿ ਪ੍ਰਾਈਵੇਟ ਹਸਪਤਾਲਾਂ ਨੇ ਵੀ ਆਪਣੇ ਹਸਪਤਾਲਾਂ ਨੂੰ ਤਾਲੇ ਲਾ ਦਿੱਤੇ ਸੀ ਤੇ ਘਰਾਂ ਦੇ ਵਿੱਚ ਜਾ ਕੇ ਲੁਕ ਗਏ ਸਨ। ਸੇ ਇਸ ਸਮੇਂ ਦੌਰਾਨ ਸਰਕਾਰ ਨੇ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਅੱਗੇ ਕੀਤਾ ਇਹ ਕਹਿ ਕੇ ਕਿ ਇਹ ਕਰੋਨਾ ਯੋਧੇ ਨੇ, ਉਹਨਾਂ ਨੂੰ ਸਲੂਟ ਮਾਰੇ, ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪਰ ਅੱਜ ਅਸੀਂ ਤੁਹਾਨੂੰ ਉਹਨਾਂ ਦਾ ਦੁੱਖ ਦਿਖਾਵਾਂਗੇ, ਤੁਹਾਨੂੰ ਦੱਸਾਂਗੇ ਕਿ ਸਿਆਸਤਦਾਨਾਂ ਨੇ ਉਹਨਾਂ ਨੂੰ ਕਿਵੇਂ ਯੂਜ਼ ਕੀਤਾ ਹੈ, ਉਹ ਕਿੰਨੀਆਂ ਵੱਡੀਆਂ ਮੁਸ਼ਕਲਾਂ ਦੇ ਵਿੱਚੋਂ ਲੰਘ ਰਹੇ ਨੇ। ਉਹਨਾਂ ਨਾਲ ਕਰਾਂਗੇ ਗੱਲਬਾਤ। सेहत मंत्री मुर्दाबाद 1263 मल्टीपर्पज यूनियन जिंदाबाद मल्टीपर्पज यूनियन जिंदाबाद जिंदाबाद परख काल खत्म करो खत्म करो मल्टीपर्पज हेल्थ वर्कर यूनियन जिंदाबाद जिंदाबाद मल्टीपर्पज हेल्थ वर्कर यूनियन जिंदाबाद जिंदाबाद पंजाब सरकार ਇਹ ਤਸਵੀਰਾਂ ਤੁਸੀਂ 6 ਫੇਜ਼ ਸਰਕਾਰੀ ਹਸਪਤਾਲ ਦੀਆਂ ਦੇਖ ਰਹੇ ਹੋ। ਮਲਟੀਪਰਪਜ਼ ਹੈਲਥ ਵਰਕਰ ਇੱਥੇ ਭੁੱਖ ਹੜਤਾਲ ਦੇ ਉੱਤੇ ਬੈਠੇ ਹੋਏ ਨੇ। ਸੋ ਅੱਜ ਜਿਹੜੇ ਜਿਨ੍ਹਾਂ ਨੂੰ ਸਰਕਾਰ ਯੋਧੇ ਕਹਿੰਦੀ ਸੀ ਉਹ ਭੁੱਖ ਹੜਤਾਲ ਦੇ ਉੱਤੇ ਬੈਠੇ ਹੋਏ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਦੀ ਕੀ ਮੰਗਾਂ ਨੇ, ਕੀ ਚਾਹੁੰਦੇ ਨੇ ਸਰਕਾਰ ਤੋਂ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਨਾਮ ਤੁਹਾਡਾ ਜੀ? ਸਤਿ ਸ਼੍ਰੀ ਅਕਾਲ ਜੀ, ਰਜਿੰਦਰ ਸਿੰਘ ਜੀ। ਰਜਿੰਦਰ ਸਿੰਘ ਜੀ, ਮੈਂ ਸਭ ਤੋਂ ਪਹਿਲਾਂ ਤੁਹਾਡੇ ਬਾਰੇ ਜਾਣਨਾ ਚਾਹੁੰਦਾ, ਤੁਸੀਂ ਮਲਟੀਪਰਪਜ਼ ਹੈਲਥ ਵਰਕਰ ਨਾਲ ਕਿੱਦਾਂ ਜੁੜੇ? ਮੈਂ ਸਰ ਬਤੌਰ ਮਲਟੀਪਰਪਜ਼ ਹੈਲਥ ਵਰਕਰ ਨਵੰਬਰ 2018 ਦੇ ਵਿੱਚ ਨਿਯੁਕਤ ਕੀਤਾ ਗਿਆ ਸੀਗਾ। ਬਲਾਕ ਡੇਰਾਬੱਸੀ ਦੇ ਵਿੱਚ CHC ਅੰਟਾਲਾ ਵਿਖੇ ਮੇਰੀ ਪੋਸਟਿੰਗ ਹੈ ਤੇ ਮੈਂ ਉੱਥੇ 30 ਪਿੰਡਾਂ ਦਾ ਕੰਮਕਾਜ ਹੈ ਜਿਹੜਾ ਫੀਲਡ ਦਾ ਮੈਂ ਉਹ ਦੇਖਦਾ। ਠੀਕ ਹੈ ਜੀ। ਤਾਂ ਇੱਥੇ ਜਿਹੜਾ ਸਾਡਾ ਬੈਠਣ ਦਾ ਜਿਹੜਾ ਮੇਨ ਮਕਸਦ ਇਹ ਹੈ, ਉਦੋਂ ਤੱਕ ਅਸੀਂ ਮਰਨ ਵਰਤ ਰੱਖਿਆ ਔਰ ਇਹਦੇ ਵਿੱਚ ਇੱਕ ਮੈਂ ਮੀਡੀਆ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਦੱਸਣਾ ਚਾਹੂੰਗਾ
ਕਿ ਜਿਸ ਤਰ੍ਹਾਂ ਸਾਡੇ ਕਰੋਨਾ ਯੋਧਿਆਂ ਨੇ ਮੋਹਰੀ ਹੋ ਕੇ ਭੂਮਿਕਾ ਨਿਭਾਈ ਹੈ ਤਾਂ ਇਸ ਹੜਤਾਲ ਤੋਂ ਡਰਨ ਦੀ ਲੋੜ ਨਹੀਂ ਹੈ। ਅਸੀਂ ਆਪਣੀ ਜਾਨ ਤੇ ਖੇਡ ਜਾਵਾਂਗੇ, ਪਰੰਤੂ ਮਰਨ ਵਰਤ ਦੇ ਚੱਲਦੇ ਵੀ ਅਸੀਂ ਜਿਹੜੀਆਂ ਐਮਰਜੈਂਸੀ ਸੇਵਾਵਾਂ ਉਹ ਬਹਾਲ ਰੱਖਾਂਗੇ। ਕਿਉਂਕਿ ਇਹ ਵੀ ਬੜਾ ਦੁਖਾਂਤ ਦੇਖਣ ਨੂੰ ਮਿਲਿਆ ਕਰੋਨਾ ਸੰਕਟ ਦੇ ਵਿੱਚ। ਜਦੋਂ ਕਿਸੇ ਬਜ਼ੁਰਗ ਦੀ ਡੈਥ ਹੋ ਗਈ ਤਾਂ ਪਰਿਵਾਰ ਵਾਲੇ ਆਪਣੇ ਬਜ਼ੁਰਗ ਦੀ ਲਾਸ਼ ਲੈਣ ਤੋਂ ਮਨਾ ਕਰ ਦਿੰਦੇ ਸਨ, ਤੇ ਤੁਸੀਂ ਦੱਸ ਰਹੇ ਕਿ ਉਦੋਂ ਮਲਟੀਪਰਪਜ਼ ਹੈਲਥ ਵਰਕਰ ਉਹਨਾਂ ਦਾ ਸੰਸਕਾਰ ਕਰਦੇ ਰਹੇ ਨੇ। ਤੇ ਤੁਸੀਂ ਇਸ ਬਾਰੇ ਕਦੇ ਸਿਹਤ ਮੰਤਰੀ ਨਾਲ ਗੱਲਬਾਤ ਕੀਤੀ ਹੈ? ਆਪਣੀਆਂ ਮੰਗਾਂ ਉਹਨਾਂ ਅੱਗੇ ਰੱਖੀਆਂ? ਕਿੰਨੀ ਵਾਰ ਮਿਲੇ ਉਹਨਾਂ ਨੂੰ? ਦੇਖੋ ਜੀ, ਸਿਹਤ ਮੰਤਰੀ ਸਾਹਿਬ ਨੂੰ ਅਸੀਂ ਪਿਛਲੇ 6 ਮਹੀਨੇ ਤੋਂ ਅਸੀਂ ਆਪਣਾ ਸੰਘਰਸ਼ ਵੀ ਕਰ ਰਹੇ ਹਾਂ, ਪਰ ਹਰ ਟਾਈਮ ਮੀਟਿੰਗ ਦੇ ਵਿੱਚ ਮੰਤਰੀ ਸਾਹਿਬ ਨੇ ਸਾਨੂੰ ਇਹੀ ਕਿਹਾ ਵੀ ਇਹ ਜਿਹੜੀ ਤੁਹਾਡੀ ਮੰਗ ਹੈ ਬਿਲਕੁਲ ਜਾਇਜ਼ ਹੈ। ਈਵਨ ਕਿ ਮੈਂ ਸੀਐਮ ਸਾਹਿਬ ਨਾਲ ਗੱਲ ਕੀਤੀ ਹੋਈ ਹੈ, ਸੀਐਮ ਸਾਹਿਬ ਵੀ ਤੁਹਾਡੀ ਮੰਗ ਮੰਨਣ ਨੂੰ ਤਿਆਰ ਹੈ ਕਿ ਤੁਹਾਡਾ ਜਿਹੜਾ ਟਾਈਮ ਹੈ ਡਿਊਟੀ ਦਾ ਉਹ 16 ਤੋਂ 18 ਘੰਟੇ ਕਾਊਂਟ ਹੁੰਦਾ ਹੈ। ਜਿਵੇਂ ਅਸੀਂ ਜ਼ਿਆਦਾ ਵੱਖ-ਵੱਖ ਤਰ੍ਹਾਂ ਦੀਆਂ ਡਿਊਟੀਆਂ ਕਰਦੇ ਹਾਂ, ਤਾਂ ਉਹਨਾਂ ਕੋਲ ਜਿਵੇਂ ਹੁਣ ਮੰਤਰੀ ਸਾਹਿਬ ਕੋਲ ਕਿਰਤ ਵਿਭਾਗ ਹੈ, ਕਿਰਤ ਵਿਭਾਗ ਦੇ ਵਿੱਚ ਇਹ ਪ੍ਰਾਵਧਾਨ ਹੈਗੀ ਹੈ ਕਿ ਜੇ ਆਪਾਂ 16 ਤੋਂ 18 ਘੰਟੇ ਬੰਦੇ ਉਹਨੂੰ ਅਸੀਂ ਡਬਲ ਡਿਊਟੀ ਕਰਕੇ ਕਾਊਂਟ ਕਰ ਸਕਦੇ ਹਾਂ। ਤਾਂ ਮੰਤਰੀ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਜਿਹੜਾ ਤੁਹਾਡਾ 3 ਸਾਲ ਦਾ ਪਰਕ ਵਾਲਾ ਅਸੀਂ 2 ਸਾਲ ਦੇ ਵਿੱਚ ਕਰ ਦਾਂਗੇ, ਤੇ ਇਸ ਵਾਰ ਜਲਦੀ ਫਾਈਲ ਆਪਾਂ ਭੇਜਾਂਗੇ। ਉਹ ਮੰਤਰੀ ਸਾਹਿਬ ਨੇ ਹੁਣ ਫਾਈਲ ਭੇਜੀ ਹੈ ਕਿ ਨਹੀਂ ਭੇਜੀ, ਪਿਛਲੇ ਅਸੀਂ ਲਾਸਟ ਸਾਡੀ 21 ਸਤੰਬਰ 2020 ਨੂੰ ਲਾਸਟ ਮੰਤਰੀ ਸਾਹਿਬ ਨਾਲ ਮੀਟਿੰਗ ਸੀ। ਮੰਤਰੀ ਸਾਹਿਬ ਨੇ ਉਸ ਟਾਈਮ ਇਹ ਕਿਹਾ ਸੀ ਕਿ 15 ਦਿਨ ਦਾ ਟਾਈਮ ਹੈ, 15 ਦਿਨਾਂ ਦੇ ਵਿੱਚ ਮੈਂ ਨੋਟੀਫਿਕੇਸ਼ਨ ਜਾਰੀ ਕਰਾ ਦੂੰਗਾ, ਪਰ ਅੱਜ 3 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕੋਈ ਨੋਟੀਫਿਕੇਸ਼ਨ ਨਹੀਂ ਹੈ, ਕੋਈ ਉਸ ਤੋਂ ਬਾਅਦ ਮੰਤਰੀ ਸਾਹਿਬ ਨੇ ਸਾਨੂੰ ਟਾਈਮ ਨਹੀਂ ਦਿੱਤਾ, ਤੇ ਉਹ ਮਾਮਲਾ ਉੱਥੇ ਦੇ ਉੱਥੇ ਹੀ ਹੈ, ਸਿਰਫ ਲਾਰੇ ਹੀ ਹੈ ਜਿਹੜੇ ਸਾਡੇ ਪੱਲੇ ਹੈਗੇ। ਹੁਣ ਤੱਕ ਤੁਹਾਨੂੰ ਲਾਰੇ ਹੀ ਪੱਲੇ ਪਏ ਨੇ? ਮੇਰਾ ਲਖਵੰਤ ਸਿੰਘ ਨਾਮ ਹੈ ਜੀ। ਲਖਵੰਤ ਸਿੰਘ ਜੀ, ਤੇ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਮੈਨੂੰ ਪਤਾ ਲੱਗਿਆ ਕਿ 10,000 ਰੁਪਏ ਤੁਹਾਨੂੰ ਤਨਖਾਹ ਮਿਲਦੀ ਹੈਗੀ ਹੈ। 10,000 ਰੁਪਏ ਨਾਲ ਪਰਿਵਾਰ ਦਾ ਖਰਚਾ ਨਹੀਂ ਹੁੰਦਾ। ਬਹੁਤ ਸਾਰੇ ਬਾਈਆਂ ਨੂੰ ਦੱਸਿਆ ਕਿ ਕਰਜ਼ਾ ਵੀ ਚੁੱਕਣਾ ਪੈ ਰਿਹਾ, ਤੁਹਾਡਾ ਖਰਚਾ ਕਿਵੇਂ ਚੱਲ ਰਿਹਾ? ਦੇਖੋ ਗੱਲ ਇਸ ਤਰ੍ਹਾਂ ਹੈ ਜੀ, ਮੇਰੇ ਪਰਿਵਾਰ ਦੇ 6 ਮੈਂਬਰ ਨੇ, ਤੇ ਇਹ ਤਾਂ ਮੈਂ ਹੀ ਜਾਣਦਾ ਮੈਂ ਉਸ ਦਾ ਕਿਸ ਤਰ੍ਹਾਂ ਗੁਜ਼ਾਰਾ ਕਰਦਾ। 10,000 ਨਾਲ ਅੱਜ ਕੱਲ੍ਹ ਮਹਿੰਗਾਈ ਦੇ ਸਮੇਂ ਵਿੱਚ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ, ਬਹੁਤ ਮੁਸ਼ਕਿਲ ਹੈ। ਸਿਹਤ ਮੰਤਰੀ ਨੂੰ ਪੁੱਛ ਕੇ ਦੇਖੋ ਬਈ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਦੇ ਨੇ ਇਹ, ਕਿਉਂਕਿ ਅਸੀਂ ਪਰਿਵਾਰਕ ਆਰਥਿਕ ਪੱਖੋਂ ਬਹੁਤ ਹੀ ਕਮਜ਼ੋਰ ਆ। ਮੇਰੇ ਪਰਿਵਾਰ ਦੇ ਵਿੱਚ ਮਦਰ ਨੇ, ਉਹਨਾਂ ਦਾ ਟ੍ਰੀਟਮੈਂਟ ਚੱਲਦਾ ਏ, ਤੇ ਮੇਰੇ 2 ਬੇਟੀਆਂ ਨੇ, ਮੇਰੇ ਬੇਟਾ ਏ, ਤੇ ਉਹਨਾਂ ਦੀ ਐਜੂਕੇਸ਼ਨ ਦਾ ਵੀ ਖਰਚਾ ਹੈ, ਜੇ ਉਹ ਵੀ ਮੇਰੇ 'ਤੇ ਬਹੁਤ ਹੀ ਭਾਰੂ ਪੈਂਦਾ ਹੈ। ਤੇ ਦੇਖੋ ਅੱਜ ਕੱਲ੍ਹ ਮਹਿੰਗਾਈ ਦੇ ਜ਼ਮਾਨੇ ਵਿੱਚ ਕਿਸ ਤਰ੍ਹਾਂ ਗੁਜ਼ਾਰਾ ਤਾਂ ਮੈਂ ਹੀ ਜਾਣਦਾ ਹਾਂ, ਤੇ ਅਸੀਂ ਬਹੁਤ ਹੀ ਆਰਥਿਕ ਜਿਵੇਂ ਹਾਲਾਤ ਦੇ ਵਿੱਚੋਂ ਗੁਜ਼ਰ ਰਹੇ ਹਾਂ ਇਸ ਸਮੇਂ। ਤੇ ਬਾਕੀ ਸਰਕਾਰ ਨੂੰ ਚਾਹੀਦਾ ਕਿ ਜਿਹੜੀ ਸਾਡੀ ਮੰਗ ਹੈ ਇਹਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ, ਜਿਹੜੇ ਸਾਡੀ ਆਰਥਿਕ ਤੌਰ ਤੋਂ ਅਸੀਂ ਕਮਜ਼ੋਰ ਹੋ ਰਹੇ ਹਾਂ, ਇਹਨੂੰ ਉੱਪਰ ਚੁੱਕਿਆ ਜਾਵੇ। ਜਿੱਦਾਂ ਕਿ ਬਾਈ ਹੋਰਾਂ ਨੇ ਦੱਸਿਆ ਕਿ ਜਿਹੜੇ ਕਰੋਨਾ ਨਾਲ ਮੌਤਾਂ ਹੋਈਆਂ ਉਹਨਾਂ ਦੇ ਪਰਿਵਾਰਕ ਮੈਂਬਰ ਲਾਸ਼ਾਂ ਨਹੀਂ ਲੈਂਦੇ ਸੀ, ਤੁਸੀਂ ਉਹਨਾਂ ਦਾ ਜਾ ਕੇ ਸੰਸਕਾਰ ਕਰਕੇ ਆਉਂਦੇ ਸੀਗੇ। ਜਦੋਂ ਤੁਸੀਂ ਸੰਸਕਾਰ ਕਰਦੇ ਸੀਗੇ, ਦੁਨੀਆ ਉਸ ਵੇਲੇ ਡਰੀ ਹੋਈ ਸੀ ਕਰੋਨਾ ਕਰਕੇ, ਹੁਣ ਥੋੜ੍ਹਾ ਜਿਹਾ ਡਰ ਘੱਟ ਜ਼ਰੂਰ ਹੋਇਆ, ਪਰ ਤੁਸੀਂ ਉਸ ਵੇਲੇ ਤੁਹਾਡੇ ਮਨ ਦੇ ਵਿੱਚ ਕੀ ਵਿਚਾਰ ਆਉਂਦਾ ਸੀਗਾ ਜਦੋਂ ਤੁਸੀਂ ਕਰੋਨਾ ਜਿਹੜੇ ਜਿਨ੍ਹਾਂ ਦੀ ਮੌਤ ਹੁੰਦੀ ਸੀ ਉਹਨਾਂ ਦਾ ਸੰਸਕਾਰ ਕਰਦੇ ਸੀ? ਦੇਖੋ ਗੱਲ ਇਸ ਤਰ੍ਹਾਂ, ਸਾਡੇ ਮਨ ਦੇ ਵਿੱਚ ਤਾਂ ਸਿਰਫ ਅਸੀਂ ਸੇਵਾ ਭਾਵਨਾ ਨਾਲ ਡਿਊਟੀ ਕਰਦੇ ਹਾਂ, ਕਿਉਂਕਿ ਸਾਨੂੰ ਇਹ ਸੀ ਸਾਡਾ ਸਰਕਾਰ ਨੇ ਸਾਨੂੰ ਇਸ ਚੀਜ਼ ਵਾਸਤੇ ਰੱਖਿਆ ਹੋਇਆ, ਤੇ ਸਾਡਾ ਜਿਹੜਾ ਆਪਣਾ ਸੇਵਾ ਕਰਨਾ ਸਾਡਾ ਹੀ ਫਰਜ਼ ਹੈ। ਤੇ ਠੀਕ ਹੈ, ਅਸੀਂ ਆਪਣੀ ਡਿਊਟੀ ਨੂੰ ਬਹੁਤ ਹੀ ਮਨ ਲਾ ਕੇ ਕੀਤਾ ਹੈ, ਤੇ ਸਾਨੂੰ ਆਸ ਹੈ ਕਿ ਸਰਕਾਰ ਵੀ ਸਾਡੀ ਇਹ ਜਿਹੜੀ ਸਾਡੀ ਜੋ ਸਾਡੇ ਫਰਜ਼ ਨੂੰ ਇਹ ਸਾਡੀ ਮੰਗ ਪੂਰੀ ਕਰਕੇ ਆਪਣਾ ਰੋਲ ਅਦਾ ਕਰੇਗੀ। ਕਦੇ ਮਨ ਵਿੱਚ ਇਹ ਵਿਚਾਰ ਨਹੀਂ ਆਇਆ ਕਿ 10,000 ਰੁਪਏ ਪਿੱਛੇ ਮੈਂ ਇਹ ਕੰਮ ਕਿਉਂ ਕਰਾਂ? ਦੇਖੋ ਗੱਲ ਇਸ ਤਰ੍ਹਾਂ ਹੈ, ਦੇਖੋ ਜਿਹੜੇ ਅਸੀਂ 40 ਸਾਲ ਦੇ ਨੌਕਰੀ ਲੱਗੇ ਹਾਂ, ਠੀਕ ਹੈ, ਤੇ ਕਦੋਂ ਦੀ ਆਸ ਸਾਡੇ ਮਨ ਵਿੱਚ ਰਹੀ ਹੈ ਕਿ ਸਾਨੂੰ ਵੀ ਨੌਕਰੀ ਮਿਲੇਗੀ। ਮੈਨੂੰ ਯਾਦ ਆ ਮੇਰਾ ਬੱਚਾ, ਕਿਉਂਕਿ ਮੈਂ NHM ਦੇ ਵਿੱਚ ਕੰਮ ਕੀਤਾ, ਉੱਥੇ ਵੀ ਘੱਟ ਤਨਖਾਹ 'ਤੇ ਕੰਮ ਕੀਤਾ, ਤੇ ਜਦੋਂ ਸਾਨੂੰ ਜੁਆਇਨਿੰਗ ਲੈਟਰ ਮਿਲੇ ਤੇ ਉਹਨੂੰ ਬਹੁਤ ਚਾਅ ਸੀ, ਸਾਡੇ ਪਾਪਾ ਪੱਕੀ ਨੌਕਰੀ ਮਿਲੀ ਹੈ, ਤੇ ਸਾਨੂੰ ਉਹਨਾਂ ਨੂੰ ਖੁਸ਼ੀ ਸੀ ਬਈ ਇਹਨਾਂ ਨੂੰ ਪੱਕੀ ਨੌਕਰੀ ਹੋਣ ਤੇ ਵੀ ਇਹਨਾਂ ਦੇ ਜਿਹੜੇ ਜੋ ਮਨ ਦੀਆਂ ਉਹਨਾਂ ਇੱਛਾਵਾਂ ਸਨ ਉਹ ਪੂਰੀਆਂ ਹੋਣਗੀਆਂ। ਪਰ ਅੱਜ ਉਹ ਕਈ ਵਾਰੀ ਸਾਤੋਂ ਮੰਗ ਕਰਦੇ ਨੇ ਬਈ ਸਾਨੂੰ ਇਹ ਚੀਜ਼ ਚਾਹੀਦੀ ਹੈ, ਤੇ ਮੈਨੂੰ ਬਹੁਤ ਦੁੱਖ ਹੁੰਦਾ ਹੈ ਕਿ ਸਾਨੂੰ ਕਹਿਣਾ ਪੈਂਦਾ ਹੈ ਕਿ ਬੇਟਾ ਹਜੇ ਹੋਰ ਰੁਕ ਜਾਓ, ਬਈ ਹਜੇ ਮੇਰੀ ਤਨਖਾਹ ਘੱਟ ਹੈ। ਉਹ ਬੇਟਾ ਆਖਦਾ ਹੈ ਕਿ ਪਾਪਾ ਤੁਸੀਂ ਕਦੋਂ ਦੇ ਸਾਨੂੰ ਕਹਿ ਰਹੇ ਨੇ, ਸਾਡੀ ਜਿਵੇਂ ਕਿ ਇਹ ਥੋੜ੍ਹੇ ਪੱਕੇ ਹੋਣਗੇ ਤੁਹਾਡੀ ਤਨਖਾਹ, ਅਸੀਂ ਇਹ ਆਪਣੀਆਂ ਮੰਗਾਂ ਪੂਰੀਆਂ ਕਰਾਂਗੇ। ਪਰ ਮੈਨੂੰ ਬਹੁਤ ਦੁਖੀ ਹੋਣ ਨਾਲ ਦੱਸਣਾ ਪੈਂਦਾ ਵੀ ਬੇਟਾ ਥੋੜ੍ਹੇ ਚਿਰ ਹੋਰ ਅਟਕ ਜਾਓ, ਅਸੀਂ ਆਪਣੀ ਤਨਖਾਹ ਪੂਰੀ ਕਰਕੇ ਹੋਵਾਂਗੇ, ਕਿਉਂਕਿ ਅਸੀਂ ਆਪਣੇ ਹਾਲਾਤ ਦਿਲ ਤੋਂ ਕਹਿ ਰਹੇ ਹਾਂ, ਅਸੀਂ ਬਹੁਤ ਦੁਖੀ ਹਾਂ ਇਸ ਚੀਜ਼ ਤੋਂ, ਤੇ ਅਸੀਂ ਸਰਕਾਰ ਤੋਂ ਆਸ ਕਰਦੇ ਹਾਂ ਕਿ ਸਾਨੂੰ। ਮੈਂ ਤੁਹਾਡਾ ਦੁੱਖ ਸਮਝ ਸਕਦਾ, ਕਿਉਂਕਿ ਇੱਕ ਬੱਚਾ ਜਦੋਂ ਕੋਈ ਮੰਗ ਕਰਦਾ, ਹਰੇਕ ਬਾਪ ਦੀ ਇੱਛਾ ਹੁੰਦੀ ਹੈ ਕਿ ਮੇਰਾ ਪੁੱਤਰ ਮੂੰਹ ਕੋਈ ਗੱਲ ਕਹੇ ਤਾਂ ਅਸੀਂ ਮੈਂ ਉਸ ਦੀ ਹਰੇਕ ਇੱਛਾ ਪੂਰੀ ਕਰਾਂ। ਮੈਨੂੰ ਲੱਗਦਾ ਕਿ ਜਿਹੜੇ ਸਿਹਤ ਮੰਤਰੀ ਸੁਣ ਰਹੇ ਹੋਣਗੇ ਪ੍ਰੋਗਰਾਮ ਆਪਣਾ,
ਤੇ ਉਹਨਾਂ ਨੂੰ ਵੀ ਪਤਾ ਹੋਏਗਾ, ਕਿਉਂਕਿ ਬੱਚੇ ਤਾਂ ਉਹਨਾਂ ਦੇ ਵੀ ਘਰ ਹੈਗੇ ਨੇ, ਬੱਚਿਆਂ ਨੂੰ ਕਿੰਨਾ ਪਿਆਰ ਕਰਦੇ ਆ ਜਦੋਂ ਬੱਚੇ ਕੋਈ ਚੀਜ਼ ਮੰਗਣ। ਤੇ ਹੁਣ ਤੁਸੀਂ ਦੱਸਿਆ ਕਿ ਕਈ ਵਾਰੀ ਮਾਂ-ਬਾਪ ਬਿਮਾਰ ਹੋ ਜਾਂਦੇ ਨੇ ਘਰ ਦੇ ਵਿੱਚ, ਤੇ ਉਸ ਵੇਲੇ ਕੀ ਹਾਲਾਤ ਬਣ ਜਾਂਦੇ ਨੇ, ਕੀ ਦਿਮਾਗ ਵਿੱਚ ਆਉਂਦਾ, ਫਿਰ ਕਿੱਥੋਂ ਪੈਸਾ ਅਰੇਂਜ ਕਰਦੇ ਤੁਸੀਂ ਇਲਾਜ ਕਰਵਾਉਣਾ ਹੋਏ, ਦਵਾਈ ਖਰਚੇ ਦਾ ਪੈਸਾ? ਦੇਖੋ ਗੱਲ ਇਸ ਤਰ੍ਹਾਂ ਹੈ, ਕਈ ਵਾਰੀ ਤਾਂ ਕੋਈ ਆਪਣਾ ਰਿਸ਼ਤੇਦਾਰ ਕੋਈ ਆਰਥਿਕ ਪੱਖੋਂ ਮਜ਼ਬੂਤ ਹੁੰਦਾ ਹੈ, ਕਈ ਵਾਰੀ ਤਾਂ ਉਹ ਤੋਂ ਵੀ ਮੰਗ ਕਰਦੇ ਆ। ਪਰ ਹੁਣ ਅੱਜ ਕੱਲ੍ਹ ਦੇ ਸਮੇਂ ਵਿੱਚ ਹਰ ਇੱਕ ਬੰਦੇ ਦਾ ਆਪਣਾ ਆਪਣਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ, ਤੇ ਕਈ ਵਾਰੀ ਅਗਲਾ ਪਾਸਾ ਵੱਟ ਕੇ ਅਗਲਾ ਸਾਡੀ ਮੰਗ ਨੂੰ ਪੂਰਾ ਨਹੀਂ ਕਰਦਾ। ਪਰ ਚਲੋ ਵੀ ਜਿਸ ਤਰ੍ਹਾਂ ਵੀ ਕਿਸ ਤਰ੍ਹਾਂ ਅਸੀਂ ਕਰਦੇ ਹਾਂ ਆਪਣੀ ਬੱਚਿਆਂ ਦਾ, ਠੀਕ ਹੈ, ਕੋਈ ਚੀਜ਼ਾਂ ਜਿਹੜੀਆਂ ਜਾਇਜ਼ ਹੁੰਦੀਆਂ ਉਹ ਪਹਿਲਾਂ ਅਸੀਂ ਕਰ ਲੈਂਦੇ ਹਾਂ, ਜੋ ਸਾਨੂੰ ਉਹਨੇ ਗੁਜ਼ਾਰਾ ਕਰਦੇ ਆ, ਬਹੁਤ ਔਖਾ ਕਰਦੇ ਆ। ਇਹ ਹੁਣ ਹਾਲਾਤ ਇਹ ਦੱਸਦੇ ਨੇ ਅਸੀਂ ਕਿਸ ਤਰ੍ਹਾਂ ਸਾਡੇ ਤੇ ਗੁਜ਼ਰਦੀ ਹੈ। ਸੋ ਤੁਸੀਂ ਸੁਣਿਆ ਬਾਈ ਜੀ ਹਰਾਂ ਦਾ ਦੁੱਖ ਜਿਹੜਾ ਇਹਨਾਂ ਨੇ ਬਿਆਨ ਕੀਤਾ ਹੈਗਾ। ਉਹਨਾਂ ਦਾ ਕਹਿਣਾ ਹੈ ਕਿ ਤਨਖਾਹ ਬਹੁਤ ਘੱਟ ਹੈ, ਗੁਜ਼ਾਰਾ ਬਹੁਤ ਔਖਾ ਹੋ ਰਿਹਾ ਉਹਨਾਂ ਦਾ, ਤੇ ਨੌਕਰੀ ਇਸ ਕਰਕੇ ਉਹਨਾਂ ਨੇ ਜੁਆਇਨ ਕੀਤੀ ਸੀ, ਘਰ ਦੇ ਜਿਹੜੇ ਖਰਚੇ ਪੂਰੇ ਹੋਣਗੇ, ਘਰ ਦੇ ਵਿੱਚ ਖੁਸ਼ੀ ਆਏਗੀ। ਪਰ ਉਲਟਾ ਘਰ ਦੇ ਵਿੱਚ ਇਸ ਵੇਲੇ ਉਹਨਾਂ ਦੇ ਦੁੱਖ ਆਇਆ ਜਦੋਂ ਕੋਈ ਘਰ ਦਾ ਬੱਚਾ ਚੀਜ਼ ਮੰਗ ਲੈਂਦਾ ਕਿ ਪਾਪਾ ਮੈਨੂੰ ਆਹ ਚੀਜ਼ ਚਾਹੀਦੀ ਹੈ, ਤਾਂ ਅੱਗੋਂ ਪਿਤਾ ਦਾ ਜਵਾਬ ਹੁੰਦਾ ਕਿ ਬੇਟਾ ਮੈਂ ਤੁਹਾਨੂੰ ਲਿਆ ਦਾਂਗਾ। ਪਰ ਸਵਾਲ ਵੱਡਾ ਹੀ ਪੈਦਾ ਹੁੰਦਾ ਹੈ ਕਿ ਜਿਹੜੇ ਇਹ ਮਲਟੀਪਰਪਜ਼ ਹੈਲਥ ਵਰਕਰ ਸੇਵਾ ਕਰ ਰਹੇ ਨੇ ਕਰੋਨਾ ਸੰਕਟ ਦੇ ਵਿੱਚ, ਜਿਨ੍ਹਾਂ ਨੂੰ ਸਿਆਸਤਦਾਨਾਂ ਨੇ ਸਲੂਟ ਮਾਰੇ ਸੀ, ਸਨਮਾਨ ਕੀਤਾ ਸੀ, ਕਿ ਉਹ ਕਾਫੀ ਸੀ? ਕਿ ਇਹਨਾਂ ਦਾ ਜਿਹੜਾ ਬਣਦਾ ਹੱਕ ਹੈਗਾ ਇਹਨਾਂ ਨੂੰ ਨਹੀਂ ਮਿਲਣਾ ਚਾਹੀਦਾ? ਸਿਹਤ ਮੰਤਰੀ ਦੇ ਅੱਗੇ ਵੀ ਇੱਕ ਸਵਾਲ ਵੱਡਾ ਇਹਨਾਂ ਨੇ ਖੜਾ ਕੀਤਾ ਹੈ ਕਿ ਕੀ 10,000 ਰੁਪਏ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਦਾ ਖਰਚਾ ਚਲਾ ਲਓਗੇ? ਜੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਕਹਿ ਦੇਣ ਹਾਂ ਚਲਾ ਲਾਂਗਾ, ਤੇ ਫਿਰ ਉਹ ਵੀ 10,000 ਰੁਪਏ ਲੈ ਲਿਆ ਕਰਨ ਤੇ ਆਪਣੇ ਘਰ ਦਾ ਖਰਚਾ ਚਲਾਇਆ ਕਰਨ। ਜਤਨ ਸ਼ਰਮਾ ਜੀ। ਜਤਨ ਜੀ, ਤੇ ਤੁਸੀਂ ਇੱਥੇ 6 ਫੇਸ ਮੁਹਾਲੀ ਭੁੱਖ ਹੜਤਾਲ ਤੇ ਆਏ ਹੋ, ਤੇ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਕਿੱਥੇ ਡਿਊਟੀ ਕਰਨੀ ਪੈ ਰਹੀ ਤੁਹਾਨੂੰ? ਮੇਰਾ ਸਰ ਏਰੀਆ ਜਿਹੜਾ ਉਹ ਸਮਰਾਲਾ ਹੈ ਜੀ। ਸਮਰਾਲਾ ਇੱਥੋਂ ਪੈਂਦਾ 50-55 ਕਿਲੋਮੀਟਰ। ਪਹਿਲਾਂ 1 ਸਾਲ ਤਾਂ ਮਤਲਬ ਮੈਂ ਅਪ ਡਾਊਨ ਕਰਿਆ 18 ਤੋਂ ਲੈ ਕੇ 19 ਤੱਕ। ਤਾਂ ਜਦੋਂ ਕੋਵਿਡ ਜਦ ਦਾ ਸਟਾਰਟ ਹੋਇਆ ਤਾਂ ਉਸ ਤੋਂ ਬਾਅਦ ਮੈਂ ਇੱਥੇ ਹੁਣ ਸ਼ਿਫਟ ਹੋਇਆ। ਤਾਂ ਮੈਂ ਆਪਣੇ ਪਰਿਵਾਰ ਨੂੰ ਲੈ ਕੇ ਇੱਥੇ ਰਹਿ ਰਿਹਾ ਜੀ, ਤੇ ਮੈਨੂੰ ਆਪਣੇ ਰਿਸ਼ਤੇਦਾਰਾਂ ਦੀ ਰਹਿਣਾ ਪੈ ਰਿਹਾ। ਖਰਚਾ ਪਾਣੀ ਆ ਜਿਹੜੇ ਉਹ ਸਾਡੇ ਰਿਸ਼ਤੇਦਾਰ ਸਾਰਾ ਕਰ ਰਹੇ ਆ। ਤੇ ਦੁੱਖ ਦੀ ਗੱਲ ਇਹ ਆ ਕਿ ਮੈਂ ਆਪਣੇ ਬੱਚੇ ਦਾ, ਆਪਣੀ ਘਰ ਵਾਲੀ ਨੂੰ ਵੀ ਮਤਲਬ ਪ੍ਰੋਪਰ ਨਹੀਂ ਉਹਨਾਂ ਨੂੰ ਸੰਭਾਲ ਪਾ ਰਿਹਾ, ਕਿਉਂਕਿ ਸਾਡੀ ਜਿਹੜੀ ਡਿਊਟੀਆਂ ਜੀ ਤੁਹਾਨੂੰ ਪਤਾ 18 ਘੰਟੇ ਅਸੀਂ ਬਾਹਰ ਰਹਿੰਦੇ ਹਾਂ। ਕਈ ਵਾਰ ਏਅਰਪੋਰਟ 'ਤੇ ਜਾਣਾ ਪੈਂਦਾ, ਕਈ ਵਾਰ ਕਿਤੇ ਸੰਸਕਾਰ 'ਤੇ ਜਾਣਾ ਪੈਂਦਾ, ਕਈ ਵਾਰ ਕਿੱਟਾਂ ਦੇਣ ਜਾਣਾ ਪੈਂਦਾ ਜੀ। ਫਿਰ ਮਲੇਰੀਆ ਡੇਂਗੂ ਹੋ ਗਿਆ ਜੀ, ਵਿੱਚੇ ਡੇਂਗੂ ਦੇ ਕੇਸ ਆ ਜਾਂਦੇ ਆ, ਕਦੇ ਸਪਰੇਅ ਕਰਾਉਣ ਜਾਣਾ ਪੈਂਦਾ ਜੀ ਨਾਲ। ਤਾਂ ਸਾਨੂੰ ਬਿਲਕੁਲ ਅਸੀਂ ਨਾ ਤਾਂ ਟਾਈਮ ਦੇ ਪਾ ਰਹੇ ਹਾਂ, ਤੇ ਉਹ ਤੋਂ ਮੰਦਭਾਗੀ ਗੱਲ ਇਹ ਆ ਕਿ ਜੀ ਸਾਨੂੰ ਆਪਣਾ ਜਿਹੜਾ ਖਰਚਾ ਉਹ ਸਾਡੇ ਰਿਸ਼ਤੇਦਾਰੇ ਕਰ ਰਹੇ ਆ। ਤੇ ਅਸੀਂ ਆਪਣੇ ਪੱਖੋਂ ਜੋ ਸਾਡਾ ਜਿਹੜਾ 10,300 ਸਾਨੂੰ ਮਿਲਦਾ ਉਹ ਤਾਂ ਸਾਰਾ ਅਸੀਂ ਤੇਲ 'ਚ ਲਾ ਦਿੰਦੇ ਹਾਂ। ਉਲਟਾ ਸਾਨੂੰ 5-4 ਹਜ਼ਾਰ ਰੁਪਇਆ ਹੋਰ ਵੀ ਲੈਣਾ ਪੈਂਦਾ ਘਰਦਿਆਂ ਤੋਂ। ਤੇ ਸਾਡੀ ਕੋਈ ਫੈਮਿਲੀ ਬੈਕਗਰਾਊਂਡ ਕਿਤੇ ਇੰਨੇ ਤਕੜੇ ਨਹੀਂ ਹੈਗੇ ਕਿ ਅਸੀਂ ਆਪਣੇ ਮਾਂ-ਬਾਪ ਤੋਂ ਪੈਸਾ ਮੰਗਾ ਸਕਦੇ ਹਾਂ, ਆਪਣੇ ਭਾਈ ਭੈਣ ਤੋਂ ਮੰਗਾ ਸਕਦੇ ਹਾਂ, ਕਿਉਂਕਿ ਉਹ ਵੀ ਆਪਣੇ ਜਿਹੜੇ ਉਹਨਾਂ ਦੇ ਖਰਚੇ ਵੀ ਬਥੇਰੇ ਆ ਜੀ। ਸਾਰਿਆਂ ਦੇ ਅੱਜ ਕੱਲ੍ਹ ਖਰਚੇ ਚਲਾਉਣਾ ਮੁਸ਼ਕਿਲ ਹੋਇਆ ਹੋਇਆ। ਤਾਂ ਉਹ 1 ਸਾਲ ਤੋਂ ਮੈਨੂੰ ਆਪਣੇ ਇੱਥੇ ਰਿਸ਼ਤੇਦਾਰਾਂ ਨਾਲ ਰਹਿਣਾ ਪੈ ਰਿਹਾ ਜੀ। ਤੇ ਅਸੀਂ ਰੋਸ ਸਾਡਾ ਇਹੀ ਹੈ ਕਿ ਸਾਡੀ ਜਿਹੜੀ ਆ ਬਲਵੀਰ ਸਿੰਘ ਸਿੱਧੂ ਜੀ ਗੱਲ ਨਹੀਂ ਸੁਣ ਰਹੇ। ਸਾਨੂੰ ਲਾਰੇ 'ਤੇ ਲਾਰਾ, 3 ਮੀਟਿੰਗਾਂ ਹੋਲੀਆਂ, ਲਾਰੇ 'ਤੇ ਲਾਰਾ ਹੀ ਮਿਲ ਰਿਹਾ। ਤੇ ਸਾਨੂੰ ਕਿਹਾ ਗਿਆ ਸੀ ਕਿ 2 ਸਾਲ ਦਾ ਜਿਹੜਾ ਤੁਹਾਡਾ ਪ੍ਰੋਬੇਸ਼ਨ ਆ ਉਹ ਨਵੰਬਰ ਦੇ ਵਿੱਚ 6 ਨਵੰਬਰ ਨੂੰ ਸਾਨੂੰ 2 ਸਾਲ ਹੋ ਚੁੱਕੇ ਆ 2020 ਨੂੰ, ਕਿ ਉਹ ਖ਼ਤਮ ਕਰਕੇ 7 ਨਵੰਬਰ ਤੋਂ ਤੁਹਾਨੂੰ ਜੋ ਹੈ ਅਸੀਂ ਤੁਹਾਨੂੰ ਦੇਵਾਂਗੇ ਸਾਰਾ ਫੁੱਲ ਜਿੰਨਾ ਹੋਵੇਗਾ। ਬਟ ਸਾਨੂੰ ਕੋਈ ਮਤਲਬ ਉਹਨਾਂ ਦਾ ਲਾਭ ਨਹੀਂ ਮਿਲਿਆ ਜੀ। ਮੋਹਾਲੀ ਜ਼ਿਲ੍ਹੇ ਵੱਲੋਂ ਅੱਜ ਬਠਿੰਡੇ ਵਾਲੇ ਵੀਰ ਵੀ ਆਏ ਹੋਏ ਆ, ਤੇ ਬਾਕੀ ਰੋਪੜ ਜ਼ਿਲ੍ਹੇ ਵਾਲੇ ਵੀਰ ਵੀ ਆ, ਕੱਲ੍ਹ ਵੀ ਆਏ ਤੇ ਅੱਜ ਵੀ ਆਏ ਆ। ਬਾਕੀ ਹੋਰ ਜ਼ਿਲ੍ਹਿਆਂ ਦੇ ਵੀਰ ਵੀ ਆ ਜੋ ਸਾਡੇ ਨਾਲ ਮਤਲਬ ਸ਼ਾਮਿਲ ਹੋ ਰਹੇ ਆ ਭੁੱਖ ਹੜਤਾਲ 'ਚ। ਤੇ ਅਸੀਂ ਜਿਹੜਾ ਇਹ ਭੁੱਖ ਹੜਤਾਲ ਸਾਡੀ 2 ਦਿਨ ਦੀ ਹੈ ਜੀ। ਕੱਲ੍ਹ ਤੋਂ ਸਾਡਾ ਮਰਨ ਵਰਤ ਸਟਾਰਟ ਹੋ ਜਾਏਗਾ। ਪਰ ਅਸੀਂ ਇਹ ਨਹੀਂ ਚਾਹੁੰਦੇ ਕਿ ਸਾਡੇ ਜਿਹੜੇ ਮਰਨ ਵਰਤ ਨਾਲ ਕਿਸੇ ਵੀ ਜਾਣੀ ਸਿਹਤ ਸੇਵਾਵਾਂ ਨੂੰ ਫਰਕ ਪਵੇ। ਸਾਡੇ ਹੁਣ ਵੀ 2 ਜਿਹੜੇ ਮੁੰਡੇ ਆ ਉਹ ਏਅਰਪੋਰਟ ਡਿਊਟੀ ਲਈ ਗਏ ਆ ਭੁੱਖ ਹੜਤਾਲ ਦੇ ਵਿੱਚੋਂ ਜੀ। ਅਸੀਂ ਆਪਣੀ ਡਿਊਟੀ ਨਹੀਂ ਛੱਡਣੀ, ਚਾਹੇ ਸਾਨੂੰ ਡਿਊਟੀ 'ਤੇ ਕੁਛ ਹੋ ਜਾਵੇ, ਪਰ ਅਸੀਂ ਆਪਣੀ ਜਿਹੜੀ ਡਿਊਟੀ ਹੈ ਜਿਵੇਂ ਅਸੀਂ ਪਹਿਲਾਂ ਤਨਦੇਹੀ ਨਾਲ ਨਿਭਾਈ ਆ ਉਵੇਂ ਸਾਡੀ ਡਿਊਟੀ ਚੱਲਦੀ ਰਹੇਗੀ। ਕੱਲ੍ਹ ਮੇਰੀ ਵੀ ਸ਼ਿਫਟ 3 ਤੋਂ 9 ਸੀ, ਮੈਂ ਪੂਰੀ ਆਪਣੇ ਕਰਕੇ ਤਾਂ ਫਿਰ ਰਾਤ ਵੀ ਉਰੇ ਪਹੁੰਚੇ, ਰਾਤ ਨੂੰ ਉਰੀ ਸੋਏ ਅਸੀਂ ਜਦੋਂ ਤੱਕ ਬਲਵੀਰ ਸਿੰਘ ਸਿੱਧੂ ਜੀ ਨੋਟੀਫਿਕੇਸ਼ਨ ਨਹੀਂ ਜਾਰੀ ਕਰਦੇ ਅਸੀਂ ਇੱਥੋਂ ਹਿੱਲਣਾ ਨਹੀਂ ਹੈਗਾ। ਅਸੀਂ ਕੋਈ ਲਾਰਾ ਨਹੀਂ ਲੈਣਾ, ਕੋਈ ਲੋਲੀਪੌਪ ਨਹੀਂ ਲੈਣਾ। ਜਿਹੜਾ ਸਾਡਾ ਬਣਦਾ ਹੱਕ ਆ ਸਾਨੂੰ ਦਿੱਤਾ ਜਾਵੇ। ਜੇ ਸਾਨੂੰ ਕਰੋਨਾ ਯੋਧੇ ਇਹਨਾਂ ਨੇ ਕਿਹਾ ਸਾਨੂੰ ਉੱਥੇ ਸਨਮਾਨਿਤ ਕੀਤਾ ਕਿ ਹਾਂ ਤੁਸੀਂ ਕਰੋਨਾ ਯੋਧੇ ਆ। CM ਸਾਹਿਬ ਇੱਥੇ 15 ਅਗਸਤ ਨੂੰ ਆਏ ਆ ਜੀ, ਉਹਨਾਂ ਨੇ ਸਾਨੂੰ ਕਿਹਾ ਕਿ ਹਾਂ ਜਿਹੜੇ ਮਲਟੀਪਰਪਜ਼ ਹੈਲਥ ਵਰਕਰ ਆ ਉਹਨਾਂ ਨੇ ਬਹੁਤ ਕੰਮ ਕੀਤਾ। ਕਹਿਣ ਨਾਲ ਸਰ ਕੁਛ ਨਹੀਂ ਹੁੰਦਾ ਜੀ। ਜੇ ਗੁਜ਼ਾਰਾ ਚਲਾਉਣਾ ਤਾਂ 10,307 ਤੋਂ ਕੋਈ ਲੈ ਜਾਵੇ। 1 ਮਹੀਨਾ ਸਾਡੇ ਨਾਲ ਰਹਿ ਕੇ ਦੇਖੀਏ ਅਸੀਂ ਕਿਵੇਂ ਚਲਾਉਂਦੇ ਹਾਂ ਜੀ। ਕਈ ਵਾਰ ਸਾਨੂੰ ਆਪਣੇ ਮੋਟਰਸਾਈਕਲ ਖੜਾ ਕੇ ਲੋਕਾਂ ਦੇ ਹੱਥ ਮਾਰ ਕੇ ਨਾਲ ਜਾਣਾ ਪੈਂਦਾ ਜੀ। ਤਾਂ ਇਹਦੇ ਨਾਲ ਇਹ ਆ ਕਿ ਸਾਡੀ ਜਿਹੜੀ ਬਣਦੀ ਤਨਖਾਹ ਸਾਨੂੰ ਦਿੱਤੀ ਜਾਵੇ। ਜਿਹੜਾ ਸਾਡਾ ਸੰਘਰਸ਼ ਆ ਇਹ ਐਵੇਂ ਚੱਲੂਗਾ ਜਦ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ। ਹੈਲਥ ਡਿਪਾਰਟਮੈਂਟ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਵੇ ਵੀ ਇੰਨੀ ਤਰੀਕ ਤੋਂ ਤੁਹਾਡਾ ਜਿਹੜਾ ਉਹ ਅਸੀਂ ਖਤਮ ਕਰਕੇ ਤੁਹਾਡਾ ਏਰੀਅਰ ਤੇ ਤੁਹਾਡਾ ਜਿਹੜਾ ਪਰਖ ਕਾਲ ਉਹ ਅੱਜ ਤੋਂ ਖਤਮ ਕੀਤਾ ਜਾਂਦਾ ਹੈ। ਸੋ ਇੱਕ ਤਸਵੀਰ ਇਹ ਵੀ ਮੇਰੇ ਪੰਜਾਬ ਦੀ ਹੈਗੀ ਹੈ
ਬੜਾ ਦੁੱਖ ਹੁੰਦਾ ਹੈ, ਕਿਉਂਕਿ ਜਦੋਂ ਕਰੋਨਾ ਸੰਕਟ ਆਇਆ ਤੇ ਜੇ ਆਪਾਂ ਦੂਜੇ ਦੇਸ਼ਾਂ ਦੀ ਗੱਲ ਕਰੀਏ, ਕੈਨੇਡਾ ਦੀ ਗੱਲ ਕਰੀਏ, ਤਾਂ ਓਨਟਾਰੀਓ ਦਾ ਸੂਬਾ ਹੈਗਾ, ਉਹਨਾਂ ਨੇ ਕੀ ਕੀਤਾ ਕਿ ਜਿਹੜੇ ਹੈਲਥ ਵਰਕਰ ਸਨ ਉਹਨਾਂ ਦੀਆਂ ਤਨਖਾਹਾਂ ਜਿਹੜੇ ਐਕਸਟਰਾ 4 ਘੰਟੇ ਹੋਰ ਕੰਮ ਕਰਦੇ ਸੀ ਜਾਂ ਕਿਸੇ ਦੇ 2 ਘੰਟੇ ਲੱਗਦੇ ਸੀ, ਉਹਨਾਂ ਨੂੰ ਉਸ ਦੇ ਵੀ ਪੈਸੇ ਮਿਲਦੇ ਸਨ। ਸਰਕਾਰ ਨੇ ਬਕਾਇਦਾ ਇਸ ਚੀਜ਼ ਦਾ ਐਲਾਨ ਕੀਤਾ। ਪਰ ਦੂਜੇ ਪਾਸੇ ਸਾਡੇ ਪੰਜਾਬ ਦੇ ਵਿੱਚ ਸਰਕਾਰਾਂ ਬਣਦੀਆਂ ਨੇ ਕਿ ਅਸੀਂ ਬੇਰੁਜ਼ਗਾਰੀ ਖਤਮ ਕਰਾਂਗੇ, ਇੱਥੇ ਅਸੀਂ ਹਰ ਘਰ ਦੇ ਵਿੱਚ ਨੌਕਰੀ ਦੇਵਾਂਗੇ, ਕਿਸੇ ਨੂੰ ਨੌਕਰੀ ਤੋਂ ਕੋਈ ਤੰਗੀ ਨਹੀਂ ਆਏਗੀ। ਇਹ ਹਰ ਘਰ ਦੀ ਨੌਕਰੀ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਸਰਕਾਰ ਨੇ ਨੌਕਰੀ ਦਾ ਠੱਪਾ ਜ਼ਰੂਰ ਲਗਾਤਾ, ਲੇਕਿਨ ਉਸ ਘਰ ਨੂੰ ਮੰਗਣ ਲਈ ਮਜਬੂਰ ਕਰਤਾ। ਜਿਸ ਤਰੀਕੇ ਨਾਲ ਇਹਨਾਂ ਨੇ ਦੱਸਿਆ ਹੈ ਕਿ ਕਈ ਵਾਰ ਤਾਂ ਇਹਨਾਂ ਨੂੰ ਆਪਣਾ ਮੋਟਰਸਾਈਕਲ ਰੋਕ ਕੇ ਲਿਫਟ ਮੰਗ ਕੇ ਜਾਣਾ ਪੈਂਦਾ, ਤੇਲ ਜੋਗੇ ਵੀ ਪੈਸੇ ਨਹੀਂ ਹੁੰਦੇ। ਇਹ ਕਿਹੋ ਜਿਹੀ ਸਰਕਾਰੀ ਨੌਕਰੀ ਹੈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਜ਼ਰੂਰ ਦੱਸਣ। ਸੋ ਭਾਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਜਦੋਂ ਕਰੋਨਾ ਸੰਕਟ ਆਇਆ ਤੇ ਉਸ ਸੰਕਟ ਦੇ ਦਰਮਿਆਨ ਤੁਸੀਂ ਕੀ ਕੁਝ ਦੇਖਿਆ? ਕਰੋਨਾ ਸੰਕਟ ਦੇ ਵਿੱਚ ਜੀ ਜੋ ਚੀਜ਼ ਜ਼ਮੀਨੀ ਪੱਧਰ ਤੇ ਅਸੀਂ ਦੇਖੀ ਹੈ ਕਿ ਇੱਕ ਦੌਰ ਇਹੋ ਜਿਹਾ ਆਇਆ ਜਦੋਂ ਕਰਫਿਊ ਦਾ ਦੌਰ ਸੀਗਾ, ਸੁਪਰੀਮ ਕੋਰਟ ਦੇ ਜੱਜ, ਹਾਈ ਕੋਰਟ ਦੇ ਜੱਜ, ਜ਼ਿਲ੍ਹਾ ਮੈਜਿਸਟ੍ਰੇਟ, ਡੀਸੀ, ਐਸਡੀਐਮ, ਇੱਥੋਂ ਤੱਕ ਕਿ ਸਾਡੇ ਮੰਤਰੀ ਸਾਹਿਬਾਨ, ਸਿਹਤ ਮੰਤਰੀ ਤੱਕ, ਡਾਕਟਰ ਤੱਕ ਵੀ ਆਪਣੇ ਘਰਾਂ ਦੇ ਵਿੱਚ ਲੁੱਕ ਗਏ ਸਨ। ਕੋਈ ਪ੍ਰਾਈਵੇਟ ਹਸਪਤਾਲ ਖੋਲ੍ਹਣ ਨੂੰ ਤਿਆਰ ਨਹੀਂ ਸੀ, ਕੋਈ ਲੋਕਾਂ ਦੀਆਂ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਨੂੰ ਤਿਆਰ ਨਹੀਂ ਸੀ। ਤਾਂ ਉਹ ਸਮਾਂ ਸੀ ਜਦੋਂ ਸੜਕਾਂ ਖਾਲੀ ਸੀ, ਪਰੰਤੂ ਰੋਜ਼ਾਨਾ ਅਨਲਿਮਟਿਡ, ਜਿਨ੍ਹਾਂ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ, ਇੰਨੀਆਂ ਕਾਲਾਂ ਲੋਕਾਂ ਦੀਆਂ ਸਿਹਤ ਕੰਟਰੋਲ ਰੂਮ 'ਚ ਆਉਂਦੀਆਂ ਸੀ, ਜਿਨ੍ਹਾਂ ਨੂੰ ਇੱਕ ਸਿਹਤ ਕਰਮਚਾਰੀ, ਮਲਟੀਪਰਪਜ਼ ਹੈਲਥ ਵਰਕਰ ਮੇਲ ਹੀ ਇੱਕ ਇਹੋ ਜਿਹੀ ਕੈਟਾਗਰੀ ਸੀ ਜਿਨ੍ਹਾਂ ਨੇ ਘਰ ਘਰ ਤੱਕ ਉਹਨਾਂ ਲੋਕਾਂ ਦੀਆਂ ਕਾਲਾਂ ਦੇ ਸੰਬੰਧ 'ਚ ਟਰੇਸਿੰਗ ਕੀਤੀ, ਬੰਦਿਆਂ ਨੂੰ ਟਰੇਸ ਕਰਕੇ ਉਹਨਾਂ ਦੀ ਬਿਮਾਰੀ ਦੇ ਮੁਤਾਬਕ ਮੁੱਢਲੀ ਸਹਾਇਤਾ ਉਹਨਾਂ ਦੇ ਘਰਾਂ 'ਚ ਪਹੁੰਚਾਈ। ਫਿਰ ਐਂਬੂਲੈਂਸਾਂ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਯੋਗ ਪ੍ਰਣਾਲੀ ਦੇ ਰਾਹੀਂ ਉੱਚ ਜਿਹੜੇ ਸਾਡੇ ਹਾਇਰ ਇੰਸਟੀਚਿਊਟ ਹੈ, ਜਿਵੇਂ ਗੌਰਮੈਂਟ ਹਸਪੀਟਲ 32 ਹੈ ਜਾਂ PGI ਹੈ, ਉੱਥੇ ਸੇਵਾਵਾਂ ਦੇ ਲਈ ਉਹਨਾਂ ਨੂੰ ਸਮੇਂ ਸਿਰ ਅਕੋਰਡਿੰਗ ਟੂ ਕੰਡੀਸ਼ਨ ਜਿਹੜਾ ਉਹਨਾਂ ਨੂੰ ਪਹੁੰਚਦਾ ਕੀਤਾ। ਤਾਂ ਇਹ ਇੱਕ ਬਹੁਤ ਹੀ ਸਾਡੇ ਦੇਸ਼ ਦੇ ਲਈ ਜਿਹੜੀ ਤਣਾਅ ਵਾਲੀ ਸਥਿਤੀ ਬਣ ਗਈ ਸੀ, ਤਾਂ ਉਸ ਨੂੰ ਸੰਭਾਲਣ ਦੇ ਵਿੱਚ ਜਿਹੜੇ ਮਲਟੀਪਰਪਜ਼ ਹੈਲਥ ਵਰਕਰ ਹੈ, ਇਹਨਾਂ ਨੇ ਬਹੁਤ ਹੀ ਵਧੀਆ ਰੋਲ ਅਦਾ ਕੀਤਾ। ਸੋ ਅਖੀਰ ਦੇ ਵਿੱਚ ਤੁਸੀਂ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਪੰਜਾਬ ਸਰਕਾਰ ਨੂੰ ਸਰ ਸਾਡੀ ਇਹੀ ਅਪੀਲ ਹੈ ਕਿ ਜਿਹੜੇ ਮਲਟੀਪਰਪਜ਼ ਹੈਲਥ ਵਰਕਰ ਹੈਗੇ ਹੈ, ਇਹਨਾਂ ਦੀ ਇੱਕੋ ਇੱਕ ਜਾਇਜ਼ ਸੰਵਿਧਾਨਕ ਮੰਗ ਹੈ ਕਿ ਜਿਹੜਾ ਸਾਡਾ ਪ੍ਰੋਬੇਸ਼ਨ ਹੈ, ਹੁਣ ਇਹਨਾਂ ਨੇ ਸਾਡੀ ਬਹੁਤ ਪਰਖ ਕਰ ਲਈ ਹੈ, ਇਸ ਤੋਂ ਵੱਧ ਤੇ ਹੋਰ ਕੋਈ ਪਰਖ ਸਾਡੀ ਕਰ ਵੀ ਨਹੀਂ ਸਕਦਾ। ਔਰ ਜਿਹੜੀ ਸਾਡੀ ਡਿਊਟੀ ਹੈ ਕਿਰਤ ਕਾਨੂੰਨਾਂ ਦੇ ਮੁਤਾਬਕ ਆਲਰੇਡੀ 1 ਸਾਲ ਅਸੀਂ ਵੱਧ ਕਰ ਚੁੱਕੇ ਹਾਂ, ਤਾਂ ਇਸ ਨੂੰ ਤੁਰੰਤ ਜਿਹੜਾ ਨਵੰਬਰ 2020 ਤੋਂ ਪ੍ਰੋਬੇਸ਼ਨ ਖਤਮ ਕਰਕੇ ਪੂਰੀ ਤਨਖਾਹ ਹੈ ਜਿਹੜੀ ਉਹ ਦਿੱਤੀ ਜਾਵੇ। ਸੋ ਤੁਸੀਂ ਸੁਣਿਆ ਕਿ ਮਲਟੀਪਰਪਜ਼ ਹੈਲਥ ਵਰਕਰ ਕਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਲੰਘ ਰਹੇ ਨੇ। ਸਵਾਲ ਵੱਡਾ ਇਹੀ ਪੈਦਾ ਹੁੰਦਾ ਹੈ ਕਿ ਪੰਜਾਬ ਸਰਕਾਰ ਨੇ ਕਿਹਾ ਅਸੀਂ ਹਰ ਘਰ ਵਿੱਚ ਨੌਕਰੀ ਦੇਵਾਂਗੇ ਚੋਣਾਂ ਤੋਂ ਪਹਿਲਾਂ। ਇਹ ਕਿਹੋ ਜਿਹੀ ਨੌਕਰੀ ਹੈਗੀ ਹੈ, ਉਲਟਾ ਟੈਨਸ਼ਨ ਦੇਤੀ ਇਹਨਾਂ ਪਰਿਵਾਰਾਂ ਨੂੰ। 10,000 ਰੁਪਏ ਦੇ ਵਿੱਚ ਪੈਟਰੋਲ ਦਾ ਖਰਚਾ ਪੂਰਾ ਨਹੀਂ ਹੁੰਦਾ, ਇਹਨਾਂ ਨੂੰ ਕਰਜ਼ੇ ਚੁੱਕ ਕੇ, ਕਿਉਂਕਿ ਬੈਂਕ ਵੀ ਕਰਜ਼ਾ ਨਹੀਂ ਦਿੰਦਾ, ਇਹਨਾਂ ਨੂੰ ਪ੍ਰਾਈਵੇਟ ਫਾਈਨੈਂਸਰਾਂ ਤੋਂ ਕਰਜ਼ੇ ਚੁੱਕਣੇ ਪੈਂਦੇ ਪਏ ਨੇ, ਕਿਸੇ ਨੂੰ ਰਿਸ਼ਤੇਦਾਰ ਦੇ ਕੋਲੋਂ ਪੈਸੇ ਮੰਗਣੇ ਪੈ ਰਹੇ ਨੇ, ਮਜਬੂਰੀ ਦੇ ਵਿੱਚ ਕਿਸੇ ਨੂੰ ਆਪਣੇ ਯਾਰਾਂ ਦੋਸਤਾਂ ਕੋਲੋਂ ਪੈਸੇ ਮੰਗ ਕੇ ਗੁਜ਼ਾਰਾ ਕਰਨਾ ਪੈ ਰਿਹਾ। ਇਸ ਕਰਕੇ ਅੱਜ ਇਹਨਾਂ ਦੀ ਚਿੰਤਾ ਇਹ ਹੈਗੀ ਹੈ ਕਿ ਜਿਹੜਾ ਸਰਕਾਰ ਹੈਗੀ ਹੈ ਉਹ ਪ੍ਰੋਬੇਸ਼ਨ ਪੀਰੀਅਡ ਖਤਮ ਕਰਕੇ ਇਹਨਾਂ ਦਾ ਜਿਹੜਾ ਮਿਹਨਤਾਨਾ ਹੈਗਾ ਉਹ ਉਹਨਾਂ ਨੂੰ ਦੇਵੇ, ਕਿਉਂਕਿ ਇਹਨਾਂ ਨੂੰ ਵੀ ਆਪਣੇ ਬੱਚਿਆਂ ਨੂੰ ਇਹਨਾਂ ਨੇ ਵੀ ਆਪਣੇ ਬੱਚਿਆਂ ਨੂੰ ਦੇਖਣਾ, ਆਪਣੇ ਘਰ ਪਰਿਵਾਰ ਨੂੰ ਵੀ ਦੇਖਣਾ ਹੈਗਾ। ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਇਹਨਾਂ ਦੀ ਸਮੱਸਿਆ ਵੱਲ ਛੇਤੀ ਤੋਂ ਛੇਤੀ ਧਿਆਨ ਦੇਵੇਗੀ। ਤੁਸੀਂ ਪ੍ਰੋਗਰਾਮ ਕੇਬਲ ਨੈਟਵਰਕ ਦੇ ਨਾਲ ਸੋਸ਼ਲ ਮੀਡੀਆ ਉੱਤੇ ਵੀ ਦੇਖ ਰਹੇ ਹੋ। ਹਮਦਰਦ ਮੀਡੀਆ ਗਰੁੱਪ ਸਾਡਾ ਫੇਸਬੁੱਕ ਪੇਜ ਹੈ, ਲਾਈਕ ਨਹੀਂ ਕੀਤਾ ਲਾਈਕ ਕਰ ਲਿਓ, ਤੇ ਹਮਦਰਦ TV ਸਬਸਕ੍ਰਾਈਬ ਕਰ ਲਿਓ YouTube ਚੈਨਲ ਤੇ ਸਾਡਾ, ਤੇ ਇਸ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸਰਕਾਰ ਦੇ ਕੰਨਾਂ ਤੱਕ ਇਹਨਾਂ ਦੀ ਆਵਾਜ਼ ਜਾਏ ਤੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਜਦੋਂ ਕਰੋਨਾ ਸੰਕਟ ਆਇਆ ਦੁਨੀਆ ਦੇ ਉੱਤੇ ਤੇ ਪੂਰੀ ਦੁਨੀਆ ਜਿਹੜੀ ਹੈਗੀ ਸੀ ਉਹ ਸ਼ਟਡਾਊਨ ਹੋ ਚੁੱਕੀ ਸੀ, ਵੱਡੇ ਵੱਡੇ ਅਦਾਰੇ ਬੰਦ ਹੋ ਗਏ ਸੀ, ਸੁਪਰੀਮ ਕੋਰਟ ਬੰਦ ਹੋ ਗਈ, ਨਿੱਕੀਆਂ ਅਦਾਲਤਾਂ ਬੰਦ ਹੋ ਗਈਆਂ, ਵਿਧਾਨ ਸਭਾਵਾਂ ਬੰਦ ਹੋ ਗਈਆਂ, ਮੰਤਰੀ ਘਰਾਂ ਦੇ ਵਿੱਚ ਬੈਠ ਕੇ ਉਸ ਵੇਲੇ ਸੜਕਾਂ ਦੇ ਉੱਤੇ ਮਲਟੀਪਰਪਜ਼ ਹੈਲਥ ਵਰਕਰ ਹੀ ਨਜ਼ਰ ਆਏ। ਸੋ ਹੁਣ ਮੈਨੂੰ ਅਮਨ ਮੋਹਨ ਮੋਹਜਾਲ ਨੂੰ ਦਿਓ ਇਜਾਜ਼ਤ, ਤੇ ਤੁਸੀਂ ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।